ਇਮੀਗ੍ਰੇਸ਼ਨ ਤੋਂ ਅੱਜ ਮੈਂ ਤੁਹਾਨੂੰ ਅਪਡੇਟ ਦੇਣ ਜਾ ਰਿਹਾ ਜੀ, ਇੱਕ ਜੋ ਕਿ ਆਸਟ੍ਰੇਲੀਆ ਤੋਂ ਆਇਆ ਹੈ ਰੀਸੈਂਟਲੀ। ਵੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਜੀ ਵੀ ਜਿਹੜੇ ਆਸਟ੍ਰੇਲੀਆ ਦੀ ਜਿਹੜੀ ਰਿਸਟ੍ਰਿਕਸ਼ਨਸ ਹੈ, ਇੰਟਰਨੈਸ਼ਨਲ ਸਟੂਡੈਂਟ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਹੈ, ਇਹ ਖਤਮ ਹੋਣ ਦੀ ਉਮੀਦ ਬਣ ਗਈ ਹੈ ਜੀ, ਜੋ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਖਤਮ ਹੋ ਸਕਦਾ ਹੈ। ਇੰਟਰਨੈਸ਼ਨਲ ਟਰੈਵਲ ਜਿਹੜਾ ਬੈਨ ਲੱਗਿਆ ਹੋਇਆ ਇੰਟਰਨੈਸ਼ਨਲ ਸਟੂਡੈਂਟ 'ਤੇ, ਬਾਕੀ ਕਿਸੇ ਵੀ ਤਰੀਕੇ ਦਾ ਜਿਹੜਾ ਟਰੈਵਲ ਹੈ ਹਜੇ ਅਲਾਊਡ ਨਹੀਂ ਰਹੇਗਾ ਇੰਟਰਨੈਸ਼ਨਲੀ। ਵੀ ਸਟੂਡੈਂਟ ਦਾ ਜਿਹੜਾ ਹੈਗਾ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਵੀ ਦੁਨੀਆ ਭਰ ਦੇ ਬੱਚੇ ਜਿਹੜੇ ਆਸਟ੍ਰੇਲੀਆ 'ਚ ਪੜ੍ਹਨ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਇਹ ਅਪਡੇਟ ਹੈਗਾ ਵੀ ਉਹ ਬੱਚੇ ਉਮੀਦ ਰੱਖ ਸਕਦੇ ਨੇ ਵੀ ਜੁਲਾਈ ਦੇ ਮਹੀਨੇ ਦੇ ਆਸ-ਪਾਸ ਵੀ ਉਹ ਕੱਲ੍ਹ ਨੂੰ ਅੱਗੇ ਜਾ ਕੇ ਟਰੈਵਲ ਕਰ ਸਕਣ। ਅਤੇ ਇਹਦੇ ਵਿੱਚ ਹੁਣ ਸਭ ਤੋਂ ਮੇਨ ਗੱਲ ਜਿਹੜੀ ਆਈ ਹੈ ਵੀ ਆਸਟ੍ਰੇਲੀਆ ਨੂੰ ਲੈ ਕੇ ਇਹਨਾਂ ਨੇ ਤਿੰਨ ਸਟੈਪਸ ਦੇ ਵਿੱਚ ਵੀ ਕੰਟਰੀ ਨੂੰ ਖੋਲ੍ਹਣ ਦੀ ਉਮੀਦ ਹੈਗੀ ਹੈ। ਵੀ ਪਹਿਲਾ ਸਟੈਪ ਰਹੇਗਾ ਜੀ ਵੀ ਫਸਟ ਸਟੈਪ ਦੇ ਵਿੱਚ ਵੀ ਲੋਕਲ ਲੈਵਲ 'ਤੇ ਅਤੇ ਵੀ ਛੋਟੇ ਲੈਵਲ 'ਤੇ ਰਿਸਟ੍ਰਿਕਸ਼ਨਸ ਘਟਾਉਣੀਆਂ ਹੈਗੀਆਂ ਗਵਰਨਮੈਂਟ ਨੇ, ਜੋ ਕਿ ਇਹਨਾਂ ਨੇ ਰੋਡ ਮੈਪ ਤਿਆਰ ਕੀਤਾ ਹੈ। ਉਹਦੇ ਅਕੋਰਡਿੰਗ ਵੀ 5 ਬੰਦੇ ਤੱਕ ਤੁਸੀਂ ਤੁਹਾਡੇ ਘਰ ਵਿਜ਼ਿਟ ਕਰ ਸਕਦੇ ਨੇ ਐਟ ਏ ਟਾਈਮ। ਵੀ ਅਗਰ ਕੋਈ ਪਾਰਟੀ ਕਰਦੇ ਹੋ, ਕੁਛ ਵੀ ਕਰਦੇ ਹੋ, 5 ਬੰਦੇ ਤੱਕ ਆ ਸਕਦੇ ਨੇ। ਬਾਕੀ ਤੁਸੀਂ ਬਾਹਰ ਕੋਈ ਗੈਦਰਿੰਗ ਕਰਨੀ ਹੈ, ਘਰ ਤੋਂ ਬਾਹਰ ਕਰਨੀ ਹੈ, ਅਤੇ 10 ਬੰਦੇ ਤੁਸੀਂ ਆਪਦਾ 10 ਬੰਦਿਆਂ ਦੀ ਗੈਦਰਿੰਗ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਜਿਹੜਾ ਵਰਕ ਫਰੋਮ ਹੋਮ ਜਿਹੜਾ ਹੈਗਾ ਉਸ ਨੂੰ ਕਰਨਾ ਪਏਗਾ ਜਿੰਨਾ ਹੋ ਸਕਦਾ ਹੈ। ਬਾਕੀ ਸ਼ੋਪਿੰਗ ਖੁੱਲ੍ਹ ਜਾਣਗੇ, ਰੈਸਟੋਰੈਂਟਸ ਕੁਛ ਖੁੱਲ੍ਹ ਜਾਣਗੇ, ਕੈਫੇਜ਼ ਖੁੱਲ੍ਹ ਜਾਣਗੇ, ਅਤੇ ਲੋਕਲ ਪਲੇਗਰਾਊਂਡ 'ਚ ਬੱਚਾ ਜਾ ਕੇ ਯਾਨੀ ਕਿ ਲੋਕ ਜਾ ਕੇ ਉੱਥੇ ਆਪਦਾ ਐਕਸਰਸਾਈਜ਼ ਕਰ ਸਕਦੇ ਨੇ, ਘੁੰਮ ਫਿਰ ਸਕਦੇ ਨੇ। ਅਤੇ ਵੀ ਲੋਕਲ ਅਤੇ ਰੀਜਨਲ ਟਰੈਵਲ ਹੈਗਾ ਉਹ ਕੁਛ ਹੱਦ ਤੱਕ ਖੁੱਲ੍ਹ ਜਾਏਗਾ। ਫਿਰ ਸੈਕਿੰਡ ਸਟੈਪ ਦੀ ਗੱਲ ਆਈ ਜੀ। ਸੈਕਿੰਡ ਸਟੈਪ 'ਚ ਇਹਨਾਂ ਨੇ ਕਿਹਾ ਜੀ ਵੀ ਜਦੋਂ ਫਸਟ ਸਟੈਪ ਕੰਪਲੀਟ ਹੋ ਜਾਏਗਾ, ਸਾਰਾ ਕੁਛ ਕਲੀਅਰ ਹੋ ਜਾਏਗਾ, ਫਿਰ ਸੈਕਿੰਡ ਸਟੈਪ ਦੇ ਵਿੱਚ ਗਵਰਨਮੈਂਟ ਦਾ ਇਹ ਕਹਿਣਾ ਵੀ ਜਿਹੜੀ ਘਰ ਦੇ ਵਿੱਚ ਅਗਰ ਕੋਈ ਗੈਦਰਿੰਗ ਕਰਨੀ ਹੈ ਅਤੇ ਘਰ ਦੇ ਬਾਹਰ ਅਗਰ ਕੋਈ ਗੈਦਰਿੰਗ ਕਰਨੀ ਹੈ ਤਾਂ 20 ਬੰਦੇ ਤੁਸੀਂ ਗੈਦਰਿੰਗ 20 ਬੰਦਿਆਂ ਦੀ ਕਰ ਸਕਦੇ ਹੋ। ਅਤੇ ਜਿਮਸ ਖੁੱਲ੍ਹ ਜਾਣਗੇ, ਬਿਊਟੀ ਪਾਰਲਰ ਖੁੱਲ੍ਹ ਜਾਣਗੇ, ਸਿਨੇਮਾ ਥੀਏਟਰ ਅਤੇ ਮਿਊਜ਼ੀਅਮ ਖੁੱਲ੍ਹ ਜਾਣਗੇ। ਇੰਟਰਸਟੇਟ ਟਰੈਵਲ ਕੁਛ ਹੱਦ ਤੱਕ ਵੱਧ ਜਾਏਗਾ। ਉਸ ਟਾਈਮ ਤੱਕ ਤੁਸੀਂ ਜਿਹੜਾ ਇੰਟਰਸਟੇਟ ਟਰੈਵਲ ਹੈਗਾ ਥੋੜ੍ਹਾ ਜਿਹਾ ਜ਼ਿਆਦਾ ਤੁਸੀਂ ਕਰ ਪਾਓਗੇ। ਫਿਰ ਤੀਸਰੇ ਸਟੈਪ 'ਤੇ ਜਿਹੜਾ ਮੇਨ ਸਟੈਪ ਹੈ ਜਿਹੜਾ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਲੈ ਕੇ, ਜਿਹਦੀ ਉਮੀਦ ਹੈਗੀ ਹੈ ਵੀ ਜੁਲਾਈ ਦੇ ਮਹੀਨੇ ਦੇ ਵਿੱਚ ਜੋ ਗੌਰਮੈਂਟ ਨੇ ਜਤਾਇਆ ਵੀ ਜੁਲਾਈ ਦੇ ਮਹੀਨੇ ਦੇ ਵਿੱਚ ਉਹ ਪੋਸੀਬਿਲਿਟੀ ਹੈਗੀ ਹੈ ਉਹਦੇ ਖੁੱਲ੍ਹਣ ਦੀ। ਇਹਦੇ ਵਿੱਚ ਇਹ ਹੈ ਵੀ ਤੁਸੀਂ ਗੈਦਰਿੰਗ ਅਗਰ ਕੋਈ ਕਰਨੀ ਹੈ ਤਾਂ 100 ਬੰਦਿਆਂ ਦੀ ਗੈਦਰਿੰਗ ਤੁਸੀਂ ਕਰ ਸਕਦੇ ਹੋ, ਅਤੇ ਆਪਣੇ ਆਫਿਸ 'ਚ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ। ਅਤੇ ਕ੍ਰੋਸ ਤਾਸਮਾਨ, ਅਤੇ ਇਹਦਾ ਮਤਲਬ ਇਹ ਹੈ ਵੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਲੋਕ ਯਾਨੀ ਕਿ ਇੰਟਰਨੈਸ਼ਨਲ ਟਰੈਵਲ ਸ਼ੁਰੂ ਹੋ ਜਾਏਗਾ। ਅਤੇ ਨਾਲ ਹੀ ਉਹਦੇ ਜਿਹੜਾ ਪੈਸੀਫਿਕ ਆਈਲੈਂਡ ਟਰੈਵਲ ਹੈਗਾ, ਜਿਵੇਂ ਵੀ ਜਿਹੜੇ ਆਸ-ਪਾਸ ਜਿਹੜੇ ਛੋਟੇ ਮੋਟੇ ਕੰਟਰੀ ਆਸਟ੍ਰੇਲੀਆ ਦੇ ਨਾਲ ਲੱਗਦੇ ਨੇ, ਨੇੜੇ ਤੇੜੇ ਲੱਗਦੇ ਨੇ, ਉਹਨਾਂ ਦਾ ਟਰੈਵਲ ਸ਼ੁਰੂ ਹੋ ਜਾਏਗਾ। ਅਤੇ ਇਸ ਤੋਂ ਇਲਾਵਾ ਜਿਹੜਾ ਇੰਟਰਨੈਸ਼ਨਲ ਟਰੈਵਲ ਸ਼ੁਰੂ ਹੋਏਗਾ ਉਹ ਸਿਰਫ ਅਤੇ ਸਿਰਫ ਇੰਟਰਨੈਸ਼ਨਲ ਸਟੂਡੈਂਟ ਦਾ ਟਰੈਵਲ ਸ਼ੁਰੂ ਹੋਏਗਾ। ਇਹਦੇ ਵਿੱਚ ਕੀ ਹੋਏਗਾ ਜੀ, ਇੰਟਰਨੈਸ਼ਨਲ ਸਟੂਡੈਂਟ ਦੇ ਵਿੱਚ ਜੋ ਸਾਨੂੰ ਪਿੱਛੇ ਜਿਹੇ ਵੀ ਖਬਰ ਆਈ ਸੀਗੀ, ਯੂਨੀਵਰਸਿਟੀਆਂ ਤੋਂ ਸਾਨੂੰ ਅਪਡੇਟਸ ਮਿਲਦਾ ਰਹਿੰਦਾ, ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਯੂਨੀਵਰਸਿਟੀਆਂ ਨੂੰ ਇਮੀਗ੍ਰੇਸ਼ਨ ਦੇ ਨਾਲ ਇਹ ਗੱਲ ਹੋ ਰਹੀ ਹੈ ਵੀ ਜਦੋਂ ਬੱਚਾ ਆਏਗਾ ਅਤੇ ਉਹਨੂੰ ਕੁਆਰੰਟਾਈਨ ਹੋਣਾ ਪਏਗਾ। ਉਹਨੂੰ 14 ਦਿਨਾਂ ਵਾਸਤੇ ਵੀ ਉਹਨੂੰ ਪਹਿਲਾਂ ਏਅਰਪੋਰਟ ਤੋਂ ਸਿੱਧਾ ਹੋਟਲ 'ਚ ਕਿਤੇ ਲੈ ਜਾਣਗੇ ਅਤੇ 14 ਦਿਨ ਉੱਥੇ ਰੱਖਣਗੇ। 14 ਦਿਨ ਉਹਦੀ ਹੈਲਥ ਮੋਨੀਟਰ ਹੋਏਗੀ। 14 ਦਿਨਾਂ ਜਦੋਂ ਬਾਅਦ ਉਹਨਾਂ ਨੇ ਦੇਖਣਾ ਵੀ ਸਾਰਾ ਕੁਛ ਓਕੇ ਹੈ, ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਉਸ ਤੋਂ ਬਾਅਦ ਜਾ ਕੇ ਵੀ ਬੱਚੇ ਨੂੰ ਛੱਡਿਆ ਜਾਏਗਾ, ਅਤੇ ਬੱਚਾ ਫਿਰ ਉਸ ਤੋਂ ਬਾਅਦ ਆਪਦਾ ਉਹਨੂੰ ਹੈਲਥ ਕਲੀਅਰੈਂਸ ਦੇ ਕੇ ਅਤੇ ਬੱਚੇ ਨੂੰ ਛੱਡ ਦਿੱਤਾ ਜਾਏਗਾ। ਇਹਦੇ ਵਿੱਚ ਜੋ ਖਰਚਾ ਜੋ ਗਵਰਨਮੈਂਟ ਨੇ ਅਤੇ ਜੋ ਯੂਨੀਵਰਸਿਟੀਜ਼ ਨੇ ਅਤੇ ਵੈਸੇ ਜੋ ਐਕਚੁਅਲ 'ਚ ਆਉਣ ਦੀ ਉਮੀਦ ਹੈਗੀ ਹੈ ਉਹ ਹੈ ਜੀ ਅਪਰੋਕਸੀਮੇਟਲੀ $2500। ਵੀ $2500 ਦਾ ਖਰਚਾ ਆਏਗਾ 14 ਦਿਨ ਦੀ ਕੁਆਰੰਟਾਈਨ ਦਾ। ਅਤੇ ਅੰਦਾਜ਼ਾ ਹੈਗਾ ਇਹ ਸਾਰੇ ਅਮਾਊਂਟ ਦਾ, ਜੋ ਕਿ ਆਲਮੋਸਟ ਇਸੀ ਅਮਾਊਂਟ ਦੇ ਆਸ-ਪਾਸ ਰਹੇਗਾ। ਅਤੇ ਅਗਰ ਬੱਚੇ ਨੂੰ ਇਹ ਹਜੇ ਤੱਕ ਤਾਂ ਇਹੀ ਹੈ ਵੀ ਬੱਚਾ ਪੇ ਕਰੇਗਾ। ਬਾਕੀ ਹੋ ਸਕਦਾ ਯੂਨੀਵਰਸਿਟੀਜ਼ ਜਾਂ ਕੋਈ ਗਵਰਨਮੈਂਟ ਕੋਈ ਹੈਲਪ ਕਰੇ ਅਤੇ ਕੋਈ ਉਹਨੂੰ ਡਿਸਕਾਊਂਟਡ ਕਰੇ, ਜਾਂ ਫਿਰ ਯੂਨੀਵਰਸਿਟੀਆਂ ਕੁਛ ਸਕਾਲਰਸ਼ਿਪ ਦੇਣ ਜਾਂ ਕੋਈ ਫੀਸ ਮਾਫ ਕਰਨ, ਜਾਂ ਫਿਰ ਇਹ ਵੀ ਹੋ ਸਕਦਾ ਵੀ ਯੂਨੀਵਰਸਿਟੀਆਂ ਖੁਦ ਇਹਨੂੰ ਬੱਚਿਆਂ ਨੂੰ ਪ੍ਰਪੋਜ਼ ਕਰਨ ਵੀ ਅਗਰ ਤੁਸੀਂ ਸਾਡੇ ਕੋਲ ਆਉਂਦੇ ਹੋ ਤਾਂ ਅਸੀਂ ਇਹ ਤੁਹਾਨੂੰ ਕੰਪਲੀਮੈਂਟਰੀ ਦਿੰਦੇ ਹਾਂ। ਕੁਛ ਨਾ ਕੁਛ ਗਵਰਨਮੈਂਟ ਦਾ ਸਿਚੁਏਸ਼ਨ ਬਣੇਗੀ। ਅਤੇ ਬਟ ਇਹ ਜ਼ਰੂਰ ਹੈਗਾ ਵੀ ਜੋ ਵੀ ਇਸ ਟਾਈਮ 'ਤੇ ਅਪਲਾਈ ਕਰ ਰਹੇ ਨੇ ਬੱਚੇ, ਅਪਲਾਈ ਕਰਨਾ ਚਾਹੁੰਦੇ ਨੇ ਆਸਟ੍ਰੇਲੀਆ ਦਾ ਵੀਜ਼ਾ, ਵੀ ਮੇਰੇ ਅਕੋਰਡਿੰਗਲੀ ਵੀ ਤੁਸੀਂ ਸੈਪਟੈਂਬਰ, ਨਵੰਬਰ ਜਾਂ ਜਨਵਰੀ ਜਾਂ ਫਰਵਰੀ ਇਨਟੇਕ ਹੀ ਤੁਸੀਂ ਸੋਚ ਕੇ ਚੱਲੋ। ਵੀ ਜ਼ਿਆਦਾ ਸੇਫਟੀ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਹੋ ਤਾਂ ਨਵੰਬਰ ਸੋਚ ਕੇ ਚੱਲੋ। ਅਤੇ ਬਿਲਕੁਲ ਹੀ ਤੁਸੀਂ 100% ਹੀ ਵੀ ਕੁਛ ਇਹ ਸੋਚ ਕੇ ਚੱਲਦੇ ਹੋ ਵੀ ਬਿਲਕੁਲ 100% ਹਾਲਾਤ ਨੋਰਮਲ ਹੋਣ, ਉਦੋਂ ਅਸੀਂ ਜਾਈਏ ਤਾਂ ਫਰਵਰੀ ਇਨਟੇਕ ਸੋਚ ਕੇ ਚੱਲੋ। ਅਤੇ ਜੇ ਤੁਸੀਂ ਜਲਦੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸੈਪਟੈਂਬਰ ਇਨਟੇਕ ਅਪਲਾਈ ਕਰ ਸਕਦੇ ਹੋ। ਬਾਕੀ ਅਗਰ ਤੁਹਾਡੇ 6 ਬੈਂਡ ਹੈ, 5.5 ਤੋਂ ਘੱਟ ਨਹੀਂ ਹੈਗੇ, ਅਤੇ ਜਿਹੜੀ
ਅਗਰ ਤੁਸੀਂ ਐਜ਼ ਦੇ ਨਾਲ ਅਪਲਾਈ ਕਰਨਾ ਜਾਂ ਵਿਦਆਊਟ ਐਜ਼ ਕਰਨਾ ਤਾਂ ਵੀ ਪੋਸੀਬਿਲਿਟੀਜ਼ ਹੈਗੀਆਂ, ਸਿੰਗਲ ਕੇਸ ਵੀ, ਸਪਾਊਸ ਕੇਸ ਵੀ ਅਪਲਾਈ ਕਰਨ ਦੀ। ਤੇ ਇਸ ਤੋਂ ਇਲਾਵਾ ਅਗਰ ਤੁਸੀਂ ਵਿਦਆਊਟ ਆਇਲਟਸ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀ ਸਾਡੇ ਕੋਲ ਕੁਛ ਇਨਟੇਕ ਹੈ, ਨਵੰਬਰ ਇਨਟੇਕ ਹੈਗਾ ਤੇ ਫਰਵਰੀ ਇਨਟੇਕ ਹੈਗਾ, ਜਿਹਦੇ ਵਿੱਚ ਤੁਸੀਂ ਵਿਦਆਊਟ ਆਇਲਟਸ ਵੀ ਅਪਲਾਈ ਕਰ ਸਕਦੇ ਹੋ, ਜਿਹਦੇ ਵਿੱਚ ਰਿਕੁਆਇਰਮੈਂਟ ਇਹ ਹੈਗੀ ਜੀ ਤੁਹਾਡੀ ਗ੍ਰੈਜੂਏਸ਼ਨ ਜਿਹੜੀ ਹੈਗੀ ਆ ਉਹ ਇੰਗਲਿਸ਼ ਮੀਡੀਅਮ ਦੀ ਹੋਣੀ ਚਾਹੀਦੀ ਹੈ, ਤੇ ਇੰਗਲਿਸ਼ 'ਚ ਤੁਹਾਡੇ ਓਵਰਆਲ ਜਿਹੜੀ ਪਰਸੈਂਟੇਜ ਹੈ ਉਹ 60% ਹੋਣੀ ਚਾਹੀਦੀ ਹੈ, ਤੇ ਗ੍ਰੈਜੂਏਸ਼ਨ ਜਿਹੜੀ ਹੈਗੀ ਹੈ ਤੁਹਾਡੀ ਜਾਂ 2018 ਜਾਂ 2019 ਦੀ ਹੋਣੀ ਚਾਹੀਦੀ, ਇਸ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ। ਤੇ ਅਗਰ ਤੁਸੀਂ +2 ਕੀਤੀ ਹੈ ਤੇ ਤੁਹਾਡੀ CBSE ICSE ਬੋਰਡ 'ਚ ਤੁਹਾਡੀ +2 ਹੋਣੀ ਚਾਹੀਦੀ ਹੈ, ਜਿਹਦੇ 'ਚ ਇੰਗਲਿਸ਼ 'ਚ ਤੁਹਾਡੇ 60% ਨੰਬਰ ਹੋਣੇ ਚਾਹੀਦੇ ਨੇ। ਅਗਰ ਇਹ ਰਿਕੁਆਇਰਮੈਂਟ ਤੁਸੀਂ ਫਿਲਮ ਕਰਦੇ ਹੋ ਤਾਂ ਤੁਸੀਂ ਵਿਦਆਊਟ ਆਇਲਟਸ ਵੀ ਅਪਲਾਈ ਕਰ ਸਕਦੇ ਹੋ, ਤੇ ਜੇ ਵਿਦ ਆਇਲਟਸ ਅਪਲਾਈ ਕਰਨਾ ਹੈ ਤੇ ਜਾਂ PT ਦੇ ਨਾਲ ਅਪਲਾਈ ਕਰਨਾ ਹੈ ਤਾਂ ਤੁਹਾਡੇ 6 ਬੈਂਡ ਓਵਰਆਲ ਹੋਣੇ ਚਾਹੀਦੇ ਨੇ, 550 ਤੋਂ ਘੱਟ ਨਹੀਂ ਹੋਣੇ ਚਾਹੀਦੇ, ਤੇ ਜੇ PT ਕੀਤਾ ਹੋਇਆ ਤਾਂ 50 ਓਵਰਆਲ ਹੋਣੇ ਚਾਹੀਦੇ, 42 ਤੋਂ ਘੱਟ ਨਹੀਂ ਹੋਣੇ ਚਾਹੀਦੇ। ਤੇ ਹੁਣ ਵਧੀਆ ਉਮੀਦ ਬਣੀ ਹੈ, ਰੀਸੈਂਟਲੀ ਸਾਡਾ ਵੀਜ਼ਾ ਵੀ ਗ੍ਰਾਂਟ ਹੋਇਆ ਆਫਸ਼ੋਰ ਦਾ, ਅਤੇ ਸਪਾਊਸ ਕੇਸ ਸੀਗਾ ਗ੍ਰਾਂਟ ਹੋਇਆ, ਤੇ ਇਸ ਕਰਕੇ ਉਮੀਦ ਬਣ ਗਈ ਹੈ ਵੀ ਐਮਬੈਸੀ ਜਦ ਵੀਜ਼ਾ ਦੇ ਰਹੀ ਹੈ ਤਾਂ ਇਹਦਾ ਮਤਲਬ ਹੈਗਾ ਵੀ ਵੀਜ਼ਾ ਬੱਚਿਆਂ ਦੇ ਆਉਣੇ ਹੈ, ਤੇ ਇਹ ਵੀ ਮਤਲਬ ਇਹਦਾ ਬਣਦਾ ਵੀ ਬੱਚਾ ਜਿਹੜਾ ਹੈਗਾ ਓਵਰਸੀਜ਼ ਟਰੈਵਲ ਕਰੂਗਾ ਅੱਜ ਨਹੀਂ ਤਾਂ ਕੱਲ੍ਹ ਵੀ, ਉਹਦੀ ਉਮੀਦ ਕਿਸੇ ਤਰੀਕੇ ਨਾਲ ਬਣੀ ਹੈਗੀ ਹੈ। ਤੇ ਬਾਕੀ ਜਿਹੜਾ ਇੰਟਰਨੈਸ਼ਨਲ ਟਰੈਵਲ ਇੱਕ ਵਾਰੀ ਖੁੱਲ ਜਾਂਦਾ ਹੈ ਤੇ ਮੈਂ ਤਾਂ ਇਹ ਰਿਕਮੈਂਡ ਕਰਦਾ ਵੀ ਤੁਸੀਂ ਇਸ ਟਾਈਮ ਤੇ ਐਡਮਿਸ਼ਨ ਅਪਲਾਈ ਕਰੋ, ਆਪਣਾ GT ਕਲੀਅਰੈਂਸ ਕਰਵਾ ਦਿਓ, ਤੇ ਬਾਕੀ ਸਾਰਾ ਤੁਸੀਂ ਆਪਦਾ ਕੰਮ ਪ੍ਰੋਸੈਸ ਤਿਆਰ ਰੱਖੋ। ਤੇ ਜਿਵੇਂ ਇੰਟਰਨੈਸ਼ਨਲ ਟਰੈਵਲ ਖੁੱਲ ਜਾਂਦਾ ਹੈ, ਇੰਟਰਨੈਸ਼ਨਲ ਸਟੂਡੈਂਟ ਵਾਸਤੇ ਟਰੈਵਲ ਖੁੱਲ ਜਾਂਦਾ ਹੈ, ਤੇ ਸਭ ਨੂੰ ਪਤਾ ਲੱਗ ਹੀ ਜਾਏਗਾ ਉਸ ਟਾਈਮ ਤੇ ਵੀ ਖੁੱਲ ਗਿਆ। ਉਸ ਟਾਈਮ ਤੋਂ ਬਾਅਦ ਤੁਸੀਂ ਫੀਸ ਭਰੋ ਤੇ ਫਾਈਲ ਲਾ ਕੇ ਵੀਜ਼ਾ ਲੈ ਲਓ, ਕਿਉਂਕਿ ਇਸ ਟਾਈਮ ਤੇ ਜਿਹੜਾ ਵੀਜ਼ਾ ਜਿਹੜਾ ਆਉਣ ਵਾਲੇ ਟਾਈਮ 'ਚ ਜਿਹੜਾ ਵੀਜ਼ਾ ਗ੍ਰਾਂਟ ਹੋਏਗਾ 10 ਤੋਂ 15 ਦਿਨ 'ਚ ਗ੍ਰਾਂਟ ਹੋਏਗਾ, ਤੇ ਫੀਸ ਭਰਨ ਦੇ ਵਿੱਚ ਸਾਰਾ ਕੁਝ ਕਰਨ 'ਚ ਵੀ 5-4 ਦਿਨ ਤੋਂ ਵੱਧ ਨਹੀਂ ਲੱਗਦੇ ਹੈਗੇ COE ਆਉਣ 'ਚ। ਇਸ ਕਰਕੇ ਤੁਸੀਂ ਆਪਣੀ ਵੀ ਐਡਮਿਸ਼ਨ ਲੈ ਕੇ ਆਪਣੀ GT ਕਲੀਅਰ ਕਰਕੇ ਹਰ ਚੀਜ਼ ਦੀ ਤਿਆਰੀ ਰੱਖੋ, ਪੈਸੇ ਨਾ ਖਰਚੋ ਬਿਲਕੁਲ ਵੀ ਇਸ ਟਾਈਮ ਤੇ, ਫੀਸ ਭਰਨ ਦਾ ਕੰਮ ਉਹ ਬੇਸ਼ੱਕ ਨਾ ਕਰੋ, ਤੁਹਾਨੂੰ ਕਿਸੇ ਵੀ ਤਰੀਕੇ ਦਾ ਡਾਊਟ ਹੈ। ਤੇ ਜਿਵੇਂ ਇੱਕ ਵਾਰੀ ਸਾਰਾ ਕੁਛ ਕੰਪਲੀਟ ਹੋ ਜਾਂਦਾ ਹੈ ਉਦੋਂ ਤੁਸੀਂ ਵੀ ਲਾਈਕ ਜਦੋਂ ਟਰੈਵਲ ਓਪਨ ਹੋ ਜਾਂਦਾ ਉਦੋਂ ਫੀਸ ਭਰ ਕੇ ਫਾਈਲ ਲੈ ਕੇ ਵੀਜ਼ਾ ਲੈ ਸਕਦੇ ਹੋ। ਤੇ ਬਾਕੀ ਇਸ ਟਾਈਮ ਤੇ ਹਾਲਾਤ ਅੱਛੇ ਬਣ ਗਏ ਹੈ, ਜੋ ਸਿਚੁਏਸ਼ਨ ਬਣੀ ਹੋਈ ਹੈ ਵਧੀਆ ਬਣੀ ਹੋਈ ਹੈ। ਤੇ ਜੋ ਬਾਕੀ ਕੰਟਰੀਆਂ ਨੂੰ, ਜਿਵੇਂ ਮੈਂ ਪਹਿਲਾਂ ਹੀ ਕਹਿੰਦਾ ਆ ਰਿਹਾ ਸੀਗਾ ਵੀ ਆਸਟ੍ਰੇਲੀਆ, ਕੈਨੇਡਾ, UK, USA ਨੂੰ ਆਪਾਂ ਜਰਮਨੀ ਨੂੰ ਲੈ ਕੇ ਚੱਲੀਏ, ਵੀ ਆਸਟ੍ਰੇਲੀਆ ਸਭ ਤੋਂ ਪਹਿਲਾ ਕੰਟਰੀ ਹੈ ਜਿਹੜਾ ਸਭ ਤੋਂ ਪਹਿਲਾਂ ਖੁੱਲ੍ਹੇਗਾ, ਜਾਂ ਨਿਊਜ਼ੀਲੈਂਡ ਖੁੱਲ੍ਹੇਗਾ। ਇਹ ਦੋ ਕੰਟਰੀਆਂ ਦੇ ਖੁੱਲ੍ਹਣ ਦੀ ਸਭ ਤੋਂ ਪਹਿਲਾਂ ਦੀ ਉਮੀਦ ਸੀਗੀ, ਬਾਕੀ ਸਾਰੇ ਕੰਟਰੀਆਂ ਦੀ ਉਮੀਦ ਨਹੀਂ ਸੀਗੀ ਵੀ ਕਿਸੇ ਦੇ ਵੀ ਇੰਨੀ ਜਲਦੀ ਖੁੱਲ੍ਹਣ ਦੀ। ਆਪਾਂ ਕੈਨੇਡਾ ਦੀ ਗੱਲ ਕਰੀਏ, ਤੁਸੀਂ ਸੋਚ ਕੇ ਚੱਲੋ ਜੀ ਵੀ ਮਾਰਚ ਤੋਂ ਪਹਿਲਾਂ ਉਮੀਦ ਨਹੀਂ ਹੈਗੀ ਵੀ ਲਾਈਕ ਬੱਚਾ ਸੋਚ ਸਕੇ ਵੀ ਹਾਂ ਵੀ ਮੈਂ ਉੱਥੇ ਪਹੁੰਚ ਜੂੰਗਾ, ਕਿਉਂਕਿ ਉੱਥੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇਸ ਟਾਈਮ ਤੇ ਕੈਨੇਡਾ ਦੇ ਵਿੱਚ। UK ਦੀ ਗੱਲ ਕਰੀਏ, UK ਅਗਲੇ ਸਾਲ ਮਈ ਤੱਕ ਤੁਸੀਂ ਉਮੀਦ ਨਾ ਲਾਓ ਵੀ ਇੰਨੀ ਜਲਦੀ ਤੁਸੀਂ ਉੱਥੇ ਜਾ ਪਾਓਗੇ ਤੇ ਵੀ ਹਾਲਾਤ ਨੋਰਮਲ ਹੋ ਜਾਣਗੇ। USA ਦੇ ਸਭ ਨੂੰ ਹੀ ਪਤਾ ਹਾਲਾਤ ਕੀ ਨੇ। ਤੇ ਜਰਮਨੀ ਦੇ ਉੱਥੇ ਹਾਲਾਤ ਸੁਧਰ ਰਹੇ ਨੇ, ਵੀ ਤੁਸੀਂ ਇਹ ਐਕਸਪੈਕਟ ਕਰ ਸਕਦੇ ਹੋ ਵੀ ਜਨਵਰੀ ਜਾਂ ਫਰਵਰੀ ਜਾਂ ਮਾਰਚ ਇਨਟੇਕ ਜੋ ਵੀ ਤੁਹਾਨੂੰ ਬੈਸਟ ਮਿਲਦਾ ਡਿਪੈਂਡਿੰਗ ਔਨ ਦਾ ਯੂਨੀਵਰਸਿਟੀ, ਵੀ ਤੁਸੀਂ ਉਹਦੇ ਵਿੱਚ ਉਮੀਦ ਰੱਖ ਸਕਦੇ ਹੋ। ਬਾਕੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਉਮੀਦ ਰੱਖ ਸਕਦੇ ਹੋ ਵੀ ਜੁਲਾਈ ਇਨਟੇਕ ਅਪਲਾਈ ਕਰਨ ਦੀ, ਬਟ ਟਰੈਵਲ ਜਿਹੜਾ ਹੈਗਾ ਜੁਲਾਈ ਅਗਸਤ ਦੇ ਆਸ-ਪਾਸ, ਕਦੇ ਵੀ ਜੁਲਾਈ ਐਂਡ 'ਚ ਖੁੱਲ੍ਹ ਜਾਏ, ਅਗਸਤ ਦੇ ਸ਼ੁਰੂ 'ਚ ਜਾਂ ਅਗਸਤ ਦੇ ਮਿਡ 'ਚ ਖੁੱਲ੍ਹ ਜਾਏ, ਵੀ ਇਹੀ ਇੱਕ ਹਾਲਾਤ 'ਚ ਬਣੇ ਹੋਏ ਨੇ ਵੀ ਕਦੇ ਵੀ ਜਿਹੜਾ ਇੰਟਰਨੈਸ਼ਨਲ ਟਰੈਵਲ ਖੁੱਲ੍ਹ ਸਕਦਾ। ਤੇ ਸਭ ਤੋਂ ਪਹਿਲਾਂ ਨਾ ਟੂਰਿਸਟ ਵਾਸਤੇ ਖੁੱਲ੍ਹਣਾ ਹੈ, ਨਾ ਕੋਈ ਬਿਜ਼ਨਸ ਵਾਸਤੇ ਖੁੱਲ੍ਹਣਾ, ਕਿਸੇ ਵੀ ਤਰੀਕੇ ਨਾਲ ਨਹੀਂ ਖੁੱਲ੍ਹੇਗਾ। ਖੁੱਲ੍ਹੇਗਾ ਤਾਂ ਸਿਰਫ ਤੇ ਸਿਰਫ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਖੁੱਲ੍ਹੇਗਾ, ਜਿਹਦੀ ਤਰੀਕਾ ਮੈਂ ਤੁਹਾਨੂੰ ਦੁਬਾਰਾ ਦੱਸ ਦੇਣਾ ਇਹੀ ਹੋਏਗਾ ਵੀ ਬੱਚੇ ਦਾ ਵੀਜ਼ਾ ਲੱਗੇਗਾ, ਉਹਦੇ ਵਿੱਚ ਕੰਡੀਸ਼ਨ ਲੱਗ ਕੇ ਜਾਏਗੀ, ਬੱਚੇ ਨੂੰ ਉੱਥੇ ਜਾ ਕੇ 14 ਦਿਨ ਵਾਸਤੇ ਕੁਆਰੰਟਾਈਨ ਹੋਣਾ ਪਏਗਾ। ਵੀ ਜਦ ਬੱਚਾ ਏਅਰਪੋਰਟ ਤੋਂ ਕ੍ਰੋਸ ਕਰੇਗਾ ਤੇ ਉਹਨੂੰ ਨਾਲ ਦੀ ਨਾਲ ਹੀ ਗੱਡੀ 'ਚ ਬਿਠਾ ਕੇ ਉਹਨੂੰ ਕਿਸੇ ਹੋਟਲ 'ਚ ਲੈ ਦਿੱਤਾ ਜਾਏਗਾ, ਤੇ ਉੱਥੇ ਉਹਨੂੰ 14 ਦਿਨ ਰੱਖਣਗੇ। 14 ਦਿਨ ਉਹਨੂੰ ਰਹਿਣ ਖਾਣ ਪੀਣ ਦਾ ਸਾਰਾ ਜਿਹੜਾ ਹੈਗਾ ਪੇਮੈਂਟ $2500 ਦੇ ਆਸ-ਪਾਸ ਬਣੇਗੀ, ਉਹ ਬੱਚੇ ਨੂੰ ਤੇ ਪੇ ਕਰਨੀ ਪੜੇਗੀ। ਤੇ ਉਸ ਤੋਂ ਬਾਅਦ ਜਿਹੜਾ ਆਪਣਾ ਅੱਗੇ ਸਿਚੁਏਸ਼ਨ ਨਹੀਂ ਬਣੇਗੀ ਵੀ ਜਦੋਂ ਉਹਦੀ ਹੈਲਥ ਕਲੀਅਰੈਂਸ ਮਿਲੇਗੀ 2 ਹਫ਼ਤੇ ਬਾਅਦ ਉਹਨੂੰ, ਫਿਰ ਉਹ ਬੱਚਾ ਕਿਤੇ ਵੀ ਜਾ ਸਕਦਾ, ਆਪਣੇ ਰਿਸ਼ਤੇਦਾਰਾਂ ਦੇ, ਜਾਣਕਾਰਾਂ ਦੇ, ਜੋ ਵੀ ਜਾਏ। ਫਿਰ ਵੀ ਅਗਲੇ ਜਦੋਂ ਉੱਥੇ ਛੱਡਿਆ ਜਾਏਗਾ ਉਹਨੂੰ, ਉਸ ਤੋਂ ਬਾਅਦ ਵੀ ਉਹਨੂੰ 2 ਹਫ਼ਤੇ ਸੈਲਫ ਕੁਆਰੰਟੀਨ ਦੀ ਇੰਸਟਰਕਸ਼ਨ ਮਿਲਣ ਦੀ ਉਮੀਦ ਹੈਗੀ ਹੈ, ਵੀ ਜਿਹਦੇ ਵਿੱਚ 2 ਹਫ਼ਤੇ ਦਾ ਗਵਰਨਮੈਂਟ ਨੇ ਆਪਣੇ ਕੋਲ ਰੱਖਣਾ ਹੈ। ਉਸ ਤੋਂ ਬਾਅਦ 2 ਹਫ਼ਤੇ ਉਹਨੂੰ ਕਿਹਾ ਜਾਏਗਾ ਵੀ ਤੁਸੀਂ ਕਿਤੇ ਨਹੀਂ ਜਾਣਾ ਹੈਗਾ, ਤੁਸੀਂ ਆਪਣੇ ਘਰੇ ਹੀ ਰਹਿਣਾ, ਬਾਹਰ ਨਹੀਂ ਨਿਕਲਣਾ ਜ਼ਿਆਦਾ। ਤੇ ਉਸ ਤੋਂ ਅਗਰ ਉਹ 2 ਹਫ਼ਤੇ ਦੇ ਵਿੱਚ ਜਿਹੜੇ 2 ਹਫ਼ਤੇ ਬਾਅਦ ਅਗਲੇ 2 ਹਫ਼ਤੇ ਆਉਂਦੇ, ਉਹਦੇ ਵਿੱਚ ਅਗਰ ਬੱਚੇ ਦੇ ਹਾਲਾਤ ਠੀਕ ਹੈ, ਕੋਈ ਹੈਲਥ ਦੀ ਕੋਈ ਪ੍ਰੋਬਲਮ ਨਹੀਂ, ਕੁਛ ਨਹੀਂ, ਫਿਰ ਉਹ ਕਿਤੇ ਵੀ ਜਾ ਸਕਦਾ, ਨੋਰਮਲ ਆਪਦਾ ਯੂਨੀਵਰਸਿਟੀ ਜਾਏ, ਘੁੰਮੇ ਫਿਰੇ, ਕੋਈ ਕੰਮ ਕਰੇ, ਜੋ ਵੀ ਕਰੇ, ਯਾਨੀ ਕਿ ਉਸ ਤੋਂ ਬਾਅਦ ਕਰ ਪਾਏਗਾ। ਤੇ ਮੈਂ ਥੋੜ੍ਹੇ ਕੁਐਸਚਨਸ ਆਨਸਰ ਦੇ ਦਿੰਦਾ ਜੀ। ਵੀ 2 ਮਹੀਨੇ ਪਹਿਲਾਂ ਇਹਨਾਂ ਨੇ ਟੂਰਿਸਟ ਵੀਜ਼ਾ ਅਪਲਾਈ ਕਰਨਾ। ਦੇਖੋ, ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਹਜੇ ਆਉਣ ਦੀ ਕੋਈ ਉਮੀਦ ਨਹੀਂ, ਤੇ ਅਗਰ ਆ ਵੀ ਜਾਏਗਾ ਤਾਂ ਕੋਈ ਟਰੈਵਲ ਦੀ ਉਮੀਦ ਨਹੀਂ ਹੈਗੀ। ਇਸ ਕਰਕੇ ਵਿਜ਼ਟਰ ਵੀਜ਼ਾ ਵਾਸਤੇ ਅਜੇ ਨਾ ਸੋਚੋ।
ਡਿਪੈਂਡੈਂਟ ਵੀਜ਼ਾ ਬਾਰੇ ਕੁਐਸਚਨ ਪੁੱਛਿਆ ਜੀ। ਡਿਪੈਂਡੈਂਟ ਵੀਜ਼ਾ ਜਿਹੜੇ ਹੈਗੇ ਨੇ ਇਸ ਟਾਈਮ ਤੇ ਸਾਰੇ ਔਨ ਹੋਲਡ ਹੀ ਨੇ ਇਸ ਟਾਈਮ ਤੇ ਤਾਂ। ਤੇ ਜਦੋਂ ਇੱਕ ਵਾਰੀ ਐਮਬੈਸੀ ਲਾਈਕ ਖਾਸ ਕਰ ਦਿੱਲੀ ਐਮਬੈਸੀ ਜਦੋਂ ਇੱਕ ਵਾਰੀ ਸ਼ੁਰੂ ਕਰ ਗਿਆ ਇਹਨਾਂ ਨੇ ਆਪਦਾ ਬੈਠ ਕੇ ਆਪਣਾ ਕੰਮ ਕਰਨਾ, ਤੇ ਲਾਈਕ ਉਦੋਂ ਫਾਈਲਾਂ ਖੁੱਲਣਗੀਆਂ, ਹਜੇ ਕੁਛ ਨਹੀਂ ਖੁੱਲ੍ਹਣੀਆਂ। ਹਜੇ ਸਿਰਫ ਤੇ ਸਿਰਫ ਜਿਹੜੀ ਐਮਬੈਸੀ ਦੀ ਮੂਵਮੈਂਟ ਅਸੀਂ ਦੇਖੀ ਹੈ ਤੇ ਸਿਰਫ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਜਿਹੜੇ ਔਨਸ਼ੋਰ ਨੇ ਸਭ ਤੋਂ ਪਹਿਲਾਂ ਉਹ ਨੇ, ਤੇ ਜਿਹੜੇ ਔਨਸ਼ੋਰ ਬੈਠੇ ਨੇ ਉਹਨਾਂ ਦੀ ਪ੍ਰੋਸੈਸਿੰਗ ਹੋ ਰਹੀ ਹੈ, ਤੇ ਕੁਝ ਆਫਸ਼ੋਰ ਦੀ ਹੁਣ ਪ੍ਰੋਸੈਸਿੰਗ ਸ਼ੁਰੂ ਹੋਈ ਹੈ। ਜੋ ਇੰਡੀਆ 'ਚ ਬੱਚੇ ਬੈਠੇ ਨੇ ਤੇ ਲਾਈਕ ਆਸਟ੍ਰੇਲੀਆ ਜਾਣਾ ਚਾਹੁੰਦੇ ਉਹਨਾਂ ਦੀ ਕੁਝ ਪ੍ਰੋਸੈਸਿੰਗ ਸ਼ੁਰੂ ਹੋਈ ਹੈ। ਇਸ ਕਰਕੇ ਉਮੀਦ ਤੁਸੀਂ ਰੱਖ ਸਕਦੇ ਹੋ ਵੀ ਜਲਦੀ ਹੀ ਟਰੈਵਲ ਰਿਸਟ੍ਰਿਕਸ਼ਨ ਖੁੱਲ੍ਹ ਜਾਣਗੀਆਂ, ਤੇ ਉਹ ਰਿਸਟ੍ਰਿਕਸ਼ਨ ਖੁੱਲ੍ਹਣ ਦੀ ਵੇਟ ਕਰਨ ਦੀ ਬਜਾਏ ਵੀ ਤੁਸੀਂ ਅਗਰ ਹੁਣ ਐਡਮਿਸ਼ਨ ਅਪਲਾਈ ਕਰ ਦਿੰਦੇ ਹੋ ਤੇ ਆਪਣੀ GT ਕਲੀਅਰ ਕਰ ਦਿੰਦੇ ਹੋ, ਤੇ ਉਹ ਜਦੋਂ ਖੁੱਲ੍ਹੇਗਾ ਵੀਜ਼ਾ ਖੁੱਲ੍ਹੇਗਾ ਤਾਂ ਇੱਕ ਤਾਂ ਵੀਜ਼ਾ ਸਕਸੈਸ ਰੇਟ ਜ਼ਿਆਦਾ ਵਧੀਆ ਰਹੇਗਾ, ਤੇ ਦੂਸਰੀ ਗੱਲ ਇਹ ਰਹੇਗੀ ਵੀ ਤੁਸੀਂ ਲਾਈਕ ਬਹੁਤ ਜਲਦੀ ਵੀਜ਼ਾ ਪ੍ਰੋਸੈਸ ਕਰਾ ਕੇ ਆਪਣਾ ਵੀ ਫਾਈਨਲਾਈਜ਼ ਕਰਾ ਸਕਦੇ ਹੋ ਆਪਣਾ ਡਿਸੀਜਨ, ਤੇ ਉਹ ਤੁਹਾਨੂੰ ਹਮੇਸ਼ਾ ਬੈਨੀਫਿਸ਼ੀਅਲ ਰਹੇਗਾ। ਤੇ ਇਸ ਟਾਈਮ ਯੂਨੀਵਰਸਿਟੀ ਜਿਵੇਂ ਸਕੋਲਰਸ਼ਿਪ ਦੇ ਰਹੀਆਂ, ਜ਼ਿਆਦਾਤਰ ਯੂਨੀਵਰਸਿਟੀਆਂ ਸਕੋਲਰਸ਼ਿਪ ਦੇ ਰਹੀਆਂ, ਤੇ ਹੋ ਸਕਦਾ 2 ਜਾਂ 3 ਮਹੀਨੇ ਬਾਅਦ ਇਹ ਚੀਜ਼ਾਂ ਨਾ ਮਿਲਣ। ਇਸ ਕਰਕੇ ਤੁਹਾਨੂੰ ਇਹੀ ਰਿਕੁਐਸਟ ਹੈ ਵੀ ਐਡਮਿਸ਼ਨ ਅਪਲਾਈ ਕਰੋ, GT ਕਲੀਅਰ ਕਰਾਓ, ਤੇ ਜਦ ਤੱਕ ਟਰੈਵਲ ਬੈਨ ਖਤਮ ਨਹੀਂ ਹੁੰਦਾ ਤਦ ਤੱਕ ਤੁਸੀਂ ਆਪਣਾ ਫੀਸ ਭਰਨ ਦੀ ਲੋੜ ਨਹੀਂ। ਫੀਸ ਉਦੋਂ ਭਰੋ ਜਦ ਟਰੈਵਲ ਬੈਨ ਖਤਮ ਹੋ ਜਾਏਗਾ, ਤੇ ਜਦੋਂ ਟਰੈਵਲ ਬੈਨ ਖਤਮ ਹੋ ਗਿਆ ਆਪਣੀ ਫੀਸ ਭਰ ਕੇ COE ਲੈ ਕੇ ਫਾਈਲ ਲੈ ਕੇ ਵੀਜ਼ਾ ਲਓ। ਬਾਕੀ ਕੋਈ ਇਨਫੋਰਮੇਸ਼ਨ ਲੈਣੀ ਹੈ, ਕਿਸੇ ਵੀ ਤਰੀਕੇ ਦੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਤੁਸੀਂ ਸਾਡੇ ਨੰਬਰ ਦਿੱਤੇ ਹੋਏ ਨੇ ਉਹਨਾਂ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਮੇਰੇ ਨਾਲ ਡਾਇਰੈਕਟ ਗੱਲ ਹੋ ਜਾਏਗੀ। ਇੱਕ ਕੁਐਸਚਨ ਦਾ ਹੋਰ ਆਨਸਰ ਦੇਣਾ ਹੈ ਵੀ ਆਸਟ੍ਰੇਲੀਆ ਐਮਬੈਸੀਜ਼ ਕੰਮ ਕਰ ਰਹੀਆਂ ਕਿ ਨਹੀਂ। ਦੇਖੋ ਆਸਟ੍ਰੇਲੀਆ ਦੀ ਜਿਹੜੀ ਦਿੱਲੀ ਐਮਬੈਸੀ ਇਸ ਟਾਈਮ 3 ਤਰੀਕ ਤੱਕ ਤਾਂ ਬਿਲਕੁਲ ਬੰਦ ਸੀ, ਹੁਣ ਉਹਨਾਂ ਨੇ ਕੁਝ ਵਰਕਿੰਗ ਸ਼ੁਰੂ ਕੀਤੀ ਹੈ, ਬਟ ਜਿਹੜੇ ਵੀਜ਼ਾਜ਼ ਔਨਸ਼ੋਰ ਜਾਂ ਆਫਸ਼ੋਰ ਗ੍ਰਾਂਟ ਹੋ ਰਹੇ ਆ ਉਹ ਆਸਟ੍ਰੇਲੀਆ ਤੋਂ ਹੀ ਗ੍ਰਾਂਟ ਹੋ ਰਹੇ ਆ, ਕਿਉਂਕਿ ਉੱਥੇ ਲਾਈਕ ਕੁਝ ਲਾਈਕ ਗਵਰਨਮੈਂਟ ਡਿਪਾਰਟਮੈਂਟ ਕੰਮ ਕਰ ਰਹੇ ਨੇ, ਤੇ ਬਾਕੀ ਘਰੋਂ ਵੀ ਕੰਮ ਕਰ ਰਹੇ ਨੇ ਉੱਥੇ ਕਾਫੀ ਡਿਪਾਰਟਮੈਂਟਸ, ਤੇ ਇਸ ਕਰਕੇ ਵੀ ਐਮਬੈਸੀ ਐਜ਼ ਸੱਚ ਫੁੱਲ ਫਲੈਜ ਨਹੀਂ ਖੁੱਲੀ ਹੋਈ ਹੈਗੀ, ਬਟ ਵਿੱਚ ਦੀ ਜਿਵੇਂ ਜਿਹੜੇ ਪ੍ਰੋਸੈਸ ਜਿਹੜੇ ਚੱਲ ਰਹੇ ਨੇ, ਤੇ ਲਾਈਕ ਕੁਝ ਹੀ ਤਰੀਕੇ ਦੇ ਵੀਜ਼ਾਜ਼ ਹੈਗੇ ਨੇ ਜਿਹੜੇ ਇਸ ਟਾਈਮ ਤੇ ਪ੍ਰੋਸੈਸ ਹੋ ਰਹੇ ਨੇ। ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਬਿਲਕੁਲ ਪ੍ਰੋਸੈਸ ਨਹੀਂ ਹੋ ਰਿਹਾ, ਤੇ ਸਟੂਡੈਂਟ ਵੀਜ਼ਾ ਔਨਸ਼ੋਰ ਤੇ ਆਫਸ਼ੋਰ ਹੈਗਾ ਜਿਹੜਾ ਮੇਨ ਮੈਜੋਰਿਟੀ ਤਰੀਕੇ ਨਾਲ ਪ੍ਰੋਸੈਸ ਹੋ ਰਿਹਾ। ਬਾਕੀ PR ਦੇ ਐਪਲੀਕੇਸ਼ਨ, ਜਿਹੜੇ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਹੈਗੀਆਂ, ਪੋਸਟ ਸਟੱਡੀ ਵਰਕ ਦੀਆਂ ਐਪਲੀਕੇਸ਼ਨ, ਉਹ ਔਨਸ਼ੋਰ ਰੂਟੀਨ 'ਚ ਚੱਲ ਰਹੀਆਂ, ਤੇ ਉਹ ਰੂਟੀਨ 'ਚ ਚੱਲ ਰਹੀਆਂ, ਜਿਵੇਂ ਵੀ ਜਿੰਨਾ ਵੀ ਸਟਾਫ ਕੰਮ ਕਰ ਰਿਹਾ ਉਹਦੇ ਅਕੋਰਡਿੰਗ ਹੀ ਕੰਮ ਹੋ ਰਿਹਾ। ਬਾਕੀ ਲਾਈਕ ਕਿਸੇ ਵੀ ਤਰੀਕੇ ਦੀ ਕੋਈ ਇਨਫੋਰਮੇਸ਼ਨ ਲੈਣੀ ਹੈ, ਸਾਡੇ ਆਫਿਸ ਦੇ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਨੇ, ਤੇ ਤੁਸੀਂ ਫ਼ੋਨ ਨੰਬਰ 'ਤੇ ਕੰਟੈਕਟ ਮੇਰੇ ਨਾਲ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਤੇ ਬਾਕੀ ਅੱਜ ਇਹ ਬਹੁਤ ਵੱਡੀ ਤੇ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸੀ, ਖਾਸ ਕਰ ਵੀ ਜਿਹੜੇ ਕਿਸੇ ਵੀ ਕੰਟਰੀ 'ਚ ਬੱਚਾ ਜਾਣਾ ਚਾਹੁੰਦਾ ਹੈ। ਵੀ ਮੇਰਾ ਜੋ ਕਹਿਣਾ ਸੀਗਾ ਪਹਿਲਾਂ ਤੋਂ ਹੀ ਕਹਿਣਾ ਸੀਗਾ ਵੀ ਆਸਟ੍ਰੇਲੀਆ ਜਿਹੜਾ ਹੈਗਾ ਸਭ ਤੋਂ ਪਹਿਲਾ ਕੰਟਰੀ ਹੋਏਗਾ ਜਿਹੜਾ ਇੰਟਰਨੈਸ਼ਨਲ ਬਾਰਡਰਸ ਖੋਲ੍ਹੇਗਾ ਤੇ ਇੰਟਰਨੈਸ਼ਨਲ ਸਟੂਡੈਂਟ ਨੂੰ ਸੱਦਾ ਦੇਵੇਗਾ, ਤੇ ਉਹੀ ਗੱਲ ਹੋਈ ਅੱਜ। ਤੇ ਇਸ ਚੀਜ਼ ਦਾ ਤੁਸੀਂ ਹੁਣ ਲਾਈਕ ਟਾਈਮਲੀ ਫਾਇਦਾ ਉਠਾ ਸਕਦੇ ਹੋ। ਤੇ ਬਾਕੀ UK, ਕੈਨੇਡਾ ਵਾਲੇ, USA ਵਾਲੇ, ਯੂਰਪ ਵਾਲੇ ਉਹ ਆਪਦਾ ਕੋਸ਼ਿਸ਼ ਕਰਨ ਵੀ ਅਗਲੇ ਸਾਲ ਮਾਰਚ ਤੋਂ ਬਾਅਦ ਹੀ ਕੋਸ਼ਿਸ਼ ਕਰਨ ਵੀ ਉੱਥੇ ਜਾਣ ਦੀ ਸੋਚਣ। ਤੇ ਬਾਕੀ ਆਸਟ੍ਰੇਲੀਆ ਵਾਲੇ ਤੁਸੀਂ ਸੋਚ ਸਕਦੇ ਹੋ ਵੀ ਸਪਟੈਂਬਰ, ਨਵੰਬਰ ਜਾਂ ਜਨਵਰੀ, ਫਰਵਰੀ ਤੁਸੀਂ ਲਾਈਕ ਇਨਟੇਕ ਕੋਈ ਵੀ ਇਨਟੇਕ ਲੈ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਬਾਕੀ ਐਮਬੈਸੀ 'ਚ ਜਦੋਂ ਫਾਈਲ ਲੱਗਦੀ ਹੈ, ਤੇ ਮੇਨ ਗੱਲ ਇਹ ਚੀਜ਼ ਧਿਆਨ ਦੇਣ ਦੀ ਲੋੜ ਹੁੰਦੀ ਹੈ ਵੀ ਅਸੀਂ 6 ਮਹੀਨੇ ਪਹਿਲਾਂ ਤੱਕ ਐਮਬੈਸੀ 'ਚ ਫਾਈਲ ਸਬਮਿਟ ਕਰ ਸਕਦੇ ਹਾਂ। ਵੀ ਆਨਲਾਈਨ ਸਬਮਿਸ਼ਨ ਜਿਹੜੀ ਹੈਗੀ ਹੈ ਵੀ ਜਿਸ ਦਿਨ ਤੁਹਾਡੀਆਂ ਕਲਾਸਾਂ ਸ਼ੁਰੂ ਹੋਣੀਆਂ, ਅਗਰ ਫਰਵਰੀ ਇਨਟੇਕ ਦੀਆਂ ਤੁਹਾਡੀਆਂ ਕਲਾਸਾਂ ਸ਼ੁਰੂ ਹੈਗੀਆਂ, ਤੇ ਅਸੀਂ ਜਿਵੇਂ ਅਗਰ 1 ਫਰਵਰੀ ਦੀ ਕਲਾਸਾਂ ਤੇ 1 ਅਗਸਤ ਨੂੰ ਤੁਹਾਡੀ ਫਾਈਲ ਅਸੀਂ ਪੁੱਟ ਅਪ ਕਰ ਸਕਦੇ ਹਾਂ। ਵੀ 6 ਮਹੀਨੇ ਪਹਿਲਾਂ ਤੱਕ ਤੁਹਾਡੀ ਫਾਈਲ ਪੁੱਟ ਅਪ ਹੋ ਸਕਦੀ ਹੈ, ਵੀ ਕੋਈ ਇੰਨੀ ਵੱਡੀ ਪ੍ਰੋਬਲਮ ਨਹੀਂ ਹੈਗੀ। ਇਸ ਕਰਕੇ ਤੁਸੀਂ ਇਸ ਟਾਈਮ ਤੇ ਐਡਮਿਸ਼ਨ ਲੈ ਲਓ, GT ਕਲੀਅਰ ਕਰ ਲਓ, 6 ਮਹੀਨੇ ਅੱਗੇ ਦੀ ਫਾਈਲ ਜਾਓ, ਬੇਸ਼ੱਕ ਵੀਜ਼ਾ ਲੈ ਲਓ, ਤੇ ਜਦੋਂ ਬਿਲਕੁਲ ਸਾਰਾ ਮਾਹੌਲ ਠੀਕ ਹੋ ਗਿਆ, ਸਾਰੀ ਸਿਚੁਏਸ਼ਨ ਓਕੇ ਨੋਰਮਲ ਹੋ ਗਈ, ਉਦੋਂ ਤੁਸੀਂ ਆਪਦਾ ਜਾ ਕੇ ਆਪਦਾ ਟਰੈਵਲ ਕਰ ਸਕਦੇ ਹੋ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਫॉर योर टाइम।